ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ। ਦੋਸਤੋ ਇਸ ਚੈਨਲ ਦੇ ਉੱਪਰ ETT ਪੇਪਰ ਸੈਕਿੰਡ ਦੀ ਤਿਆਰੀ ਬਹੁਤ ਹੀ ਵਧੀਆ ਢੰਗ ਦੇ ਨਾਲ ਸਿਲੇਬਸ ਅਨੁਸਾਰ ਕਰਵਾਈ ਜਾਂਦੀ ਹੈ। ਜੋ ਦੋਸਤ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਤੇ ਪ੍ਰੈਸ ਜ਼ਰੂਰ ਕਰਨਾ। ਦੋਸਤੋ ਅੱਜ ਆਪਾਂ ਜਨਰਲ ਸਾਇੰਸ ਦਾ ਟੌਪਿਕ ਇੰਪਰੂਵਮੈਂਟ ਇਨ ਫੂਡ ਰਿਸੋਰਸਿਸ ਕਰਾਂਗੇ, ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਖਾਦ ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ ਵੀ ਕਹਿੰਦੇ ਹਾਂ। ਦੋਸਤੋ ਇਸ ਦੇ ਵਿੱਚ ਆਪਾਂ ਫੂਡ ਰਿਸੋਰਸਿਸ ਦਾ ਮਤਲਬ ਆਪਾਂ ਨੂੰ ਭੋਜਨ ਕਿੱਥੋਂ ਕਿੱਥੋਂ ਪ੍ਰਾਪਤ ਹੁੰਦਾ ਹੈ, ਆਪਾਂ ਉਹ ਸਾਰੇ ਰਿਸੋਰਸਿਸ ਬਾਰੇ ਪੜ੍ਹਾਂਗੇ, ਉਹਨਾਂ ਦੇ ਨਾਲ ਰਿਲੇਟਡ MCQs ਕਰਾਂਗੇ। ਸੋ ਵੀਡੀਓ ਬਹੁਤ ਇੰਪੋਰਟੈਂਟ ਹੈ, ਇਸ ਨੂੰ ਐਂਡ ਤੱਕ ਜ਼ਰੂਰ ਦੇਖਣਾ। ਆਓ ਸ਼ੁਰੂ ਕਰਦੇ ਹਾਂ ਦੋਸਤੋ। ਸਾਡਾ ਪਹਿਲਾ ਪ੍ਰਸ਼ਨ ਹੈ, ਫਸਲਾਂ ਦੀਆਂ ਕਿਸਮਾਂ ਵਿੱਚ ਮਨਚਾਹੇ ਗੁਣਾਂ ਨੂੰ ਪਾਉਣ ਲਈ ਕਿਹੜੀ ਸੰਕਰਨ ਜਾਂ ਹਾਈਬ੍ਰਿਡਾਈਜੇਸ਼ਨ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਡੀ, ਉਪਰੋਕਤ ਸਾਰੇ। ਅੰਤਰ ਕਿਸਮ, ਅੰਤਰ ਸਪੀਸੀਜ਼ ਅਤੇ ਅੰਤਰ ਜੈਨਰਿਕ ਇਹ ਵਿਧੀਆਂ ਨੇ ਜਿਹੜੀਆਂ ਸੰਕਰਨ ਵਿਧੀਆਂ ਨੇ, ਇਹ ਅਪਣਾਈਆਂ ਜਾਂਦੀਆਂ ਹਨ, ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਨਾਲ ਆਪਾਂ ਫਸਲਾਂ ਦੇ ਵਿੱਚ ਮਨਚਾਹੇ ਗੁਣ ਨੇ ਜਿਹੜੇ ਉਹ ਪਾਉਂਦੇ ਹਾਂ। ਨੈਕਸਟ ਕੁਐਸਚਨ ਦੇਖਦੇ ਹਾਂ ਦੋਸਤੋ, ਪੌਦਿਆਂ ਲਈ ਕਿੰਨੇ ਪੋਸ਼ਕ ਤੱਤ ਜ਼ਰੂਰੀ ਹਨ। ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ। ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਬੀ, ਪੌਦਿਆਂ ਦੇ ਲਈ 16 ਪੋਸ਼ਕ ਤੱਤ ਜ਼ਰੂਰੀ ਹੁੰਦੇ ਹਨ। ਇਹ ਜਿਹੜੇ ਪੋਸ਼ਕ ਤੱਤ ਹੁੰਦੇ ਹਨ ਇਹਨਾਂ ਨੂੰ ਹਵਾ, ਪਾਣੀ ਅਤੇ ਮਿੱਟੀ ਤੋਂ ਪ੍ਰਾਪਤ ਹੁੰਦੇ ਹਨ। ਅਗਲਾ ਕੁਐਸਚਨ ਦੇਖਦੇ ਹਾਂ ਦੋਸਤੋ, ਪੌਦਿਆਂ ਨੂੰ ਮਿੱਟੀ ਤੋਂ ਕਿਸ ਕਿਸਮ ਦੇ ਪੋਸ਼ਕ ਤੱਤ ਮਿਲਦੇ ਹਨ। ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ ਸੀ, ਪੌਦਿਆਂ ਨੂੰ ਮਿੱਟੀ ਤੋਂ ਬਹੁਮਾਤਰੀ ਪੋਸ਼ਕ ਤੱਤ ਅਤੇ ਘੱਟ ਮਾਤਰੀ ਪੋਸ਼ਕ ਤੱਤ, ਇਹ ਦੋਵੇਂ ਪ੍ਰਕਾਰ ਦੇ ਜਿਹੜੇ ਪੋਸ਼ਕ ਤੱਤ ਹੁੰਦੇ ਹਨ ਇਹ ਪ੍ਰਾਪਤ ਹੁੰਦੇ ਹਨ। ਜਿਹੜੇ ਬਹੁਮਾਤਰੀ ਪੋਸ਼ਕ ਤੱਤ ਹੁੰਦੇ ਹਨ ਇਹ 6 ਤੱਤ ਹੁੰਦੇ ਹਨ, ਇਹਨਾਂ ਨੂੰ ਆਪਾਂ ਮੈਕਰੋ ਨਿਊਟਰੀਐਂਟਸ ਵੀ ਕਹਿੰਦੇ ਹਾਂ। ਇਸੇ ਤਰ੍ਹਾਂ ਘੱਟ ਮਾਤਰੀ ਪੋਸ਼ਕ ਤੱਤ ਇਹ 7 ਹੁੰਦੇ ਹਨ, ਜਿਨ੍ਹਾਂ ਨੂੰ ਆਪਾਂ ਮਾਈਕਰੋ ਨਿਊਟਰੀਐਂਟਸ ਕਹਿੰਦੇ ਹਾਂ। ਇਸ ਤਰ੍ਹਾਂ ਮਿੱਟੀ ਤੋਂ ਕੁੱਲ 13 ਪ੍ਰਕਾਰ ਦੇ ਜਿਹੜੇ ਪੋਸ਼ਕ ਤੱਤ ਨੇ ਉਹ ਪੌਦਿਆਂ ਦੁਆਰਾ ਪ੍ਰਾਪਤ ਕੀਤੇ ਜਾਂਦੇ ਹਨ। ਬਾਕੀ ਦੇ ਜਿਹੜੇ ਪੋਸ਼ਕ ਤੱਤ ਹੁੰਦੇ ਹਨ ਉਹ ਹਵਾ ਅਤੇ ਪਾਣੀ ਤੋਂ ਪ੍ਰਾਪਤ ਕੀਤੇ ਜਾਂਦੇ ਹਨ, ਜਿਸ ਤਰ੍ਹਾਂ ਕਿ ਆਕਸੀਜਨ ਹੋ ਗਈ, ਨਾਈਟ੍ਰੋਜਨ ਹੋ ਗਈ, ਕਾਰਬਨ ਡਾਈਆਕਸਾਈਡ ਹੋ ਗਈ। ਇਹ ਜਿਹੜੇ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਹਵਾ ਤੋਂ ਅਤੇ ਪਾਣੀ ਤੋਂ ਨਾਈਟ੍ਰੋਜਨ ਅਤੇ ਆਕਸੀਜਨ ਇਹ ਜਿਹੜੇ ਤੱਤ ਨੇ ਇਹ ਪ੍ਰਾਪਤ ਕੀਤੇ ਜਾਂਦੇ ਹਨ। ਅਗਲਾ ਕੁਐਸਚਨ ਦੇਖਦੇ ਹਾਂ ਦੋਸਤੋ, ਖੇਤੀ ਉਤਪਾਦਾਂ ਦੇ ਭੰਡਾਰਨ ਨੂੰ ਹਾਨੀ ਪਹੁੰਚਾਉਣ ਵਾਲਾ ਅਜੈਵਿਕ ਕਾਰਕ ਕਿਹੜਾ ਹੈ। ਵੈਰੀ ਇੰਪੋਰਟੈਂਟ ਕੁਐਸਚਨ ਹੈ। ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਸੀ, ਸਹੀ ਮਾਤਰਾ ਵਿੱਚ ਨਮੀ ਜਾਂ ਤਾਪ ਦਾ ਨਾ ਹੋਣਾ। ਇਹ ਇੱਕ ਅਜੈਵਿਕ ਕਾਰਕ ਹੈ ਜਿਹੜਾ ਕਿ ਖੇਤੀ ਉਤਪਾਦਾਂ ਦੇ ਭੰਡਾਰਨ ਨੂੰ ਹਾਨੀ ਪਹੁੰਚਾਉਂਦਾ ਹੈ। ਜੇ ਆਪਾਂ ਜੈਵਿਕ ਕਾਰਕਾਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਉੱਲੀ, ਚਿੱਚੜ ਅਤੇ ਬੈਕਟੀਰੀਆ ਇਹ ਜੈਵਿਕ ਕਾਰਕ ਹੁੰਦੇ ਹਨ। ਅਗਲਾ ਕੁਐਸਚਨ ਦੇਖਦੇ ਹਾਂ ਦੋਸਤੋ, ਕਿਹੜੀ ਮੱਛੀ ਦਾ ਪਾਲਣ ਪੋਸ਼ਣ ਮੋਤੀ ਪ੍ਰਾਪਤ ਕਰਨ ਦੇ ਲਈ ਕੀਤਾ ਜਾਂਦਾ ਹੈ। ਵੈਰੀ ਇੰਪੋਰਟੈਂਟ ਕੁਐਸਚਨ ਹੈ। ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਏ, ਆਇਸਟਰ ਮੱਛੀ ਹੁੰਦੀ ਹੈ ਜਿਹੜੀ, ਉਸ ਦਾ ਪਾਲਣ ਪੋਸ਼ਣ ਮੋਤੀ ਪ੍ਰਾਪਤ ਕਰਨ ਦੇ ਲਈ ਕੀਤਾ ਜਾਂਦਾ ਹੈ। ਸਮੁੰਦਰ 'ਚ ਮੱਛੀ ਪਾਲਣ ਨੂੰ ਮੈਰੀਨ ਕਲਚਰ ਕਿਹਾ ਜਾਂਦਾ ਹੈ, ਇਹ ਨੋਟ ਕਰਨਯੋਗ ਹੈ। ਨੈਕਸਟ ਕੁਐਸਚਨ ਦੇਖਦੇ ਹਾਂ ਦੋਸਤੋ, ਮੱਛੀਆਂ ਦੀ ਕਿਹੜੀ ਕਿਸਮ ਤਲਾਬ ਦੇ ਤਲ ਤੋਂ ਆਪਣਾ ਭੋਜਨ ਲੈਂਦੀ ਹੈ। ਵੈਰੀ ਇੰਪੋਰਟੈਂਟ ਕੁਐਸਚਨ ਹੈ। ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਡੀ, ਏ ਅਤੇ ਬੀ ਦੋਵੇਂ। ਮੱਛੀਆਂ ਦੀ ਜਿਹੜੀ ਮ੍ਰਿਗਲ ਅਤੇ ਕਾਮਨ ਕਾਰਪ ਕਿਸਮ ਹੁੰਦੀ ਹੈ ਇਹ ਤਲਾਬ ਦੇ ਤਲ ਤੋਂ ਆਪਣਾ ਭੋਜਨ ਪ੍ਰਾਪਤ ਕਰਦੀ ਹੈ। ਇਸੇ ਤਰ੍ਹਾਂ ਜੋ ਕਟਲਾ ਮੱਛੀ ਹੁੰਦੀ ਹੈ ਇਹ ਪਾਣੀ ਦੀ ਸਤਹ ਤੋਂ ਆਪਣਾ ਭੋਜਨ ਲੈਂਦੀ ਹੈ। ਜਿਹੜੀ ਰੋਹੂ ਮੱਛੀ ਹੁੰਦੀ ਹੈ ਇਹ ਵਿਚਕਾਰਲੇ ਹਿੱਸੇ ਤੋਂ ਆਪਣਾ ਭੋਜਨ ਪ੍ਰਾਪਤ ਕਰਦੀ ਹੈ। ਇਸੇ ਤਰ੍ਹਾਂ ਜੋ ਗ੍ਰਾਸ ਕਾਰਪ ਮੱਛੀ ਹੁੰਦੀ ਹੈ ਇਹ ਨਦੀਨਾਂ ਨੂੰ ਖਾਂਦੀ ਹੈ। ਇਸ ਤਰ੍ਹਾਂ ਇਹ ਨੋਟ ਕਰਨਯੋਗ ਹੈ। ਅਗਲਾ ਕੁਐਸਚਨ ਦੇਖਦੇ ਹਾਂ ਦੋਸਤੋ, ਹੇਠ ਲਿਖਿਆਂ ਵਿੱਚੋਂ ਮਧੂਮੱਖੀ ਦੀ ਕਿਹੜੀ ਨਸਲ ਨੂੰ ਭਾਰਤੀ ਮੱਖੀ ਕਹਿੰਦੇ ਹਾਂ। ਵੈਰੀ ਇੰਪੋਰਟੈਂਟ ਕੁਐਸਚਨ ਹੈ। ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਏ, ਐਪਿਸ ਸੇਰਨਾ ਇੰਡੀਕਾ ਨਾਂ ਦੀ ਜੋ ਮਧੂਮੱਖੀ ਹੁੰਦੀ ਹੈ ਇਸ ਨੂੰ ਭਾਰਤੀ ਮੱਖੀ ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਐਪਿਸ ਮੈਲੀਫੇਰਾ ਯਾਨੀ ਕਿ ਮਧੂਮੱਖੀ ਦੀ ਕਿਸਮ ਹੈ ਇਹ ਇਟਲੀ ਦੀ ਕਿਸਮ ਹੈ। ਇਸੇ ਤਰ੍ਹਾਂ ਮਧੂਮੱਖੀ ਪਾਲਣ ਹੁੰਦਾ ਹੈ ਜਿਹੜਾ, ਇਸ ਤੋਂ ਆਪਾਂ ਨੂੰ ਸ਼ਹਿਦ ਅਤੇ ਮੋਮ ਪ੍ਰਾਪਤ ਹੁੰਦੀ ਹੈ। ਨੈਕਸਟ ਕੁਐਸਚਨ ਲੈਂਦੇ ਹਾਂ, ਨਦੀਨਾਂ ਦਾ ਕੰਟਰੋਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਆਪਸ਼ਨ ਡੀ, ਉਪਰੋਕਤ ਸਾਰੇ। ਨਦੀਨਾਂ ਦਾ ਕੰਟਰੋਲ ਇਹਨਾਂ ਸਾਰੀਆਂ ਵਿਧੀਆਂ ਦੇ ਨਾਲ ਕੀਤਾ ਜਾ ਸਕਦਾ ਹੈ, ਜਿਸ ਤਰ੍ਹਾਂ ਕਿ
ਯੰਤਰਿਕ ਵਿਧੀ ਨਾਲ ਸਹੀ ਤਰੀਕੇ ਨਾਲ ਸੀਡ ਬੈੱਡ ਦੀ ਤਿਆਰੀ ਅਤੇ ਸਮੇਂ ਸਿਰ ਫਸਲਾਂ ਨੂੰ ਬੀਜਣਾ, ਇਹਨਾਂ ਤਿੰਨੇ ਵਿਧੀਆਂ ਦੇ ਨਾਲ ਨਦੀਨਾਂ ਦਾ ਜਿਹੜਾ ਇਹ ਕੰਟਰੋਲ ਹੈ ਕੀਤਾ ਜਾ ਸਕਦਾ ਹੈ। ਨੈਕਸਟ ਦੇਖਦੇ ਹਾਂ, ਐਸੀਲ ਅਤੇ ਲੈਗਹਾਰਨ ਨਸਲ ਕਿਸ ਨਾਲ ਸੰਬੰਧਿਤ ਹੈ? ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਸੀ। ਇਹ ਜੋ ਐਸੀਲ ਅਤੇ ਲੈਗਹਾਰਨ ਨਸਲਾਂ ਹਨ ਇਹ ਮੁਰਗੀਆਂ ਦੇ ਨਸਲਾਂ ਹਨ। ਮੁਰਗੀ ਪਾਲਣ ਹੈ ਜੋ ਇਸ ਦੇ ਵਿੱਚ ਆਂਡਿਆਂ ਦੇ ਲਈ ਆਂਡੇ ਦੇਣ ਵਾਲੀ ਜੋ ਲੇਅਰਸ ਹੁੰਦੀਆਂ ਹਨ, ਇਸੇ ਤਰ੍ਹਾਂ ਮਾਸ ਜਿਹਨਾਂ ਤੋਂ ਆਪਾਂ ਨੂੰ ਮਾਸ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਬਰਾਇਲਰ ਕਿਹਾ ਜਾਂਦਾ ਹੈ। ਅਗਲਾ ਕੁਐਸਚਨ ਲੈਂਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਖੰਭ ਵਾਲੀ ਮੱਛੀ ਦੀ ਕਿਸਮ ਕਿਹੜੀ ਹੈ? ਇਸ ਦਾ ਸਹੀ ਉੱਤਰ ਹੈ ਦੋਸਤੋ ਆਪਸ਼ਨ ਡੀ ਉਪਰੋਕਤ ਸਾਰੇ। ਇਹ ਸਾਰੀਆਂ ਕਿਸਮਾਂ ਹਨ ਮੱਛੀ ਦੀਆਂ, ਇਹ ਖੰਭ ਵਾਲੀ ਮੱਛੀ ਦੀਆਂ ਕਿਸਮਾਂ ਹਨ, ਜਿਸ ਤਰ੍ਹਾਂ ਕਿ ਮੁਲੇਟ ਹੈ, ਭੇਟਕੀ ਹੈ ਅਤੇ ਪਰਲ ਸਪਾਟ ਹੈ। ਇਸ ਤਰ੍ਹਾਂ ਇਹਨਾਂ ਨੂੰ ਖੰਭ ਵਾਲੀਆਂ ਮੱਛੀਆਂ ਦੀ ਕਿਸਮ ਵਿੱਚ ਲਿਆ ਜਾਂਦਾ ਹੈ। ਨੈਕਸਟ ਕੁਐਸਚਨ ਲੈਂਦੇ ਹਾਂ ਜੀ, ਪੀਸੀ ਕਲਚਰ ਕਿਸ ਨਾਲ ਸੰਬੰਧਿਤ ਹੈ? ਵੈਰੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ। ਇਸ ਦਾ ਸਹੀ ਉੱਤਰ ਹੈ ਦੋਸਤੋ ਆਪਸ਼ਨ ਸੀ ਮੱਛੀ ਪਾਲਣ। ਪੀਸੀ ਕਲਚਰ ਹੈ ਜੋ ਮੱਛੀ ਪਾਲਣ ਦੇ ਨਾਲ ਸੰਬੰਧਿਤ ਹੈ। ਜੋ ਨੀਲੀ ਕ੍ਰਾਂਤੀ ਹੁੰਦੀ ਹੈ ਉਹ ਵੀ ਮੱਛੀ ਪਾਲਣ ਦੇ ਨਾਲ ਸੰਬੰਧਿਤ ਹੁੰਦੀ ਹੈ। ਇਸੇ ਤਰ੍ਹਾਂ ਚਿੱਟੀ ਕ੍ਰਾਂਤੀ ਹੈ ਜੋ ਦੁੱਧ ਉਤਪਾਦਨ ਦੇ ਨਾਲ। ਹਰੀ ਕ੍ਰਾਂਤੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਇਹ ਖੇਤੀਬਾੜੀ ਦੇ ਵਿੱਚ ਅਨਾਜ ਉਤਪਾਦਨ ਦੇ ਵਾਧੇ ਦੇ ਨਾਲ ਸੰਬੰਧਿਤ ਹੈ। ਇਹ ਨੋਟ ਕਰਨਯੋਗ ਹੈ। ਨੈਕਸਟ ਦੇਖਦੇ ਹਾਂ ਦੋਸਤੋ, ਗਾਂ ਦੀ ਕਿਹੜੀ ਨਸਲ ਵਿੱਚ ਲੰਬੇ ਸਮੇਂ ਲਈ ਦੁੱਧ ਦੇਣ ਦੀ ਵਧੇਰੇ ਸਮਰੱਥਾ ਹੁੰਦੀ ਹੈ? ਵੈਰੀ ਇੰਪੋਰਟੈਂਟ ਜੀ। ਇਸ ਦਾ ਜੋ ਸਹੀ ਉੱਤਰ ਹੈ ਜੀ ਉਹ ਹੈ ਆਪਸ਼ਨ ਡੀ, ਏ ਅਤੇ ਬੀ ਦੋਵੇਂ। ਗਾਂ ਦੀਆਂ ਜੋ ਨਸਲਾਂ ਹਨ ਜਿਸ ਤਰ੍ਹਾਂ ਕਿ ਜਰਸੀ ਅਤੇ ਬਰਾਊਨ ਸਵਿਸ, ਇਹ ਜੋ ਗਾਂ ਦੀਆਂ ਨਸਲਾਂ ਹਨ ਇਹ ਲੰਬੇ ਸਮੇਂ ਲਈ ਦੁੱਧ ਦੇਣ ਦੀ ਇਹਨਾਂ ਦੇ ਵਿੱਚ ਵਧੇਰੇ ਸਮਰੱਥਾ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਕਿ ਲਾਲ ਸਿੰਧੀ ਅਤੇ ਸਾਹੀਵਾਲ ਜੋ ਨਸਲਾਂ ਹਨ ਇਹਨਾਂ ਦੇ ਵਿੱਚ ਰੋਗ ਪ੍ਰਤੀਰੋਧੀ ਸਮਰੱਥਾ ਵਧੇਰੇ ਹੁੰਦੀ ਹੈ। ਨੈਕਸਟ ਕੁਐਸਚਨ ਦੇਖਦੇ ਹਾਂ ਜੀ, ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਕਿਹੜੀ ਖੇਤੀ ਪ੍ਰਣਾਲੀ ਅਪਣਾਈ ਜਾਂਦੀ ਹੈ? ਇਸ ਦਾ ਸਹੀ ਉੱਤਰ ਹੈ ਦੋਸਤੋ ਆਪਸ਼ਨ ਡੀ ਉਪਰੋਕਤ ਸਾਰੇ। ਜ਼ਿਆਦਾ ਲਾਭ ਪ੍ਰਾਪਤ ਕਰਨ ਦੇ ਲਈ ਇਹ ਸਾਰੀਆਂ ਹੀ ਜੋ ਪ੍ਰਣਾਲੀਆਂ ਨੇ ਖੇਤੀ ਦੀਆਂ ਉਹ ਅਪਣਾਈਆਂ ਜਾਂਦੀਆਂ ਹਨ, ਜਿਸ ਤਰ੍ਹਾਂ ਕਿ ਮਿਸ਼ਰਤ ਖੇਤੀ, ਅੰਤਰ ਫਸਲੀ ਅਤੇ ਫਸਲੀ ਚੱਕਰ। ਅਗਲਾ ਕੁਐਸਚਨ ਦੇਖਦੇ ਹਾਂ ਦੋਸਤੋ, ਬਰਸਾਤ ਰੁੱਤ ਵਿੱਚ ਉਗਾਈਆਂ ਜਾਂਦੀਆਂ ਫਸਲਾਂ ਨੂੰ ਕੀ ਕਿਹਾ ਜਾਂਦਾ ਹੈ? ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ ਬੀ ਖਰੀਫ ਫਸਲਾਂ। ਜੋ ਬਰਸਾਤ ਰੁੱਤ ਦੇ ਵਿੱਚ ਉਗਾਈਆਂ ਜਾਂਦੀਆਂ ਹਨ ਫਸਲਾਂ ਉਹਨਾਂ ਨੂੰ ਖਰੀਫ ਫਸਲਾਂ ਜਾਂ ਸਾਉਣੀ ਦੀਆਂ ਫਸਲਾਂ ਕਿਹਾ ਜਾਂਦਾ ਹੈ। ਇਸ ਦੇ ਵਿੱਚ ਖਰੀਫ ਫਸਲਾਂ ਜੋ ਹੁੰਦੀਆਂ ਹਨ ਉਹ ਜੂਨ ਦੇ ਮਹੀਨੇ ਤੋਂ ਲੈ ਕੇ ਅਕਤੂਬਰ ਦੇ ਮਹੀਨੇ ਤੱਕ ਬੀਜੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਜੋ ਰੱਬੀ ਫਸਲਾਂ ਹੁੰਦੀਆਂ ਹਨ ਦੋਸਤੋ ਉਹ ਨਵੰਬਰ ਤੋਂ ਅਪ੍ਰੈਲ ਦੇ ਮਹੀਨੇ ਤੱਕ ਹੁੰਦੀਆਂ ਹਨ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਹੇਠ ਲਿਖੀਆਂ ਵਿੱਚੋਂ ਖਰੀਫ ਫਸਲ ਕਿਹੜੀ ਹੈ? ਇਸ ਦਾ ਜੋ ਸਹੀ ਉੱਤਰ ਹੈ ਦੋਸਤੋ ਆਪਸ਼ਨ ਡੀ ਉਪਰੋਕਤ ਸਾਰੇ। ਇਹ ਜੋ ਸਾਰੀਆਂ ਫਸਲਾਂ ਹਨ ਜਿਸ ਤਰ੍ਹਾਂ ਕਿ ਮੱਕੀ, ਸੋਇਆਬੀਨ ਅਤੇ ਅਰਹਰ, ਇਹ ਸਾਰੀਆਂ ਹੀ ਖਰੀਫ ਫਸਲਾਂ ਹਨ। ਇਹਨਾਂ ਤੋਂ ਇਲਾਵਾ ਧਾਨ, ਮੂੰਗੀ ਅਤੇ ਮਾਂਹ ਜੋ ਫਸਲਾਂ ਹਨ ਇਹ ਵੀ ਖਰੀਫ ਫਸਲਾਂ ਦੀ ਸ਼੍ਰੇਣੀ ਦੇ ਵਿੱਚ ਆਉਂਦੀਆਂ ਹਨ। ਅਗਲਾ ਕੁਐਸਚਨ ਦੇਖਦੇ ਹਾਂ, ਹੇਠ ਲਿਖਿਆਂ ਵਿੱਚੋਂ ਰੱਬੀ ਫਸਲ ਕਿਹੜੀ ਹੈ? ਇਸ ਦਾ ਜੋ ਸਹੀ ਉੱਤਰ ਹੈ ਦੋਸਤੋ ਉਹ ਹੈ ਆਪਸ਼ਨ ਡੀ ਉਪਰੋਕਤ ਸਾਰੇ। ਇਹ ਸਾਰੀਆਂ ਹੀ ਰੱਬੀ ਫਸਲਾਂ ਹਨ ਜਿਸ ਤਰ੍ਹਾਂ ਕਿ ਛੋਲੇ, ਮਟਰ ਅਤੇ ਅਲਸੀ। ਇਹਨਾਂ ਤੋਂ ਇਲਾਵਾ ਜੋ ਮੁੱਖ ਰੱਬੀ ਫਸਲਾਂ ਹਨ ਜਿਸ ਤਰ੍ਹਾਂ ਕਿ ਕਣਕ ਅਤੇ ਸਰੋਂ, ਇਹ ਸਾਰੀਆਂ ਜੋ ਫਸਲਾਂ ਹਨ ਇਹ ਰੱਬੀ ਫਸਲਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਨੈਕਸਟ ਪ੍ਰਸ਼ਨ ਦੇਖਦੇ ਹਾਂ, ਇਹਨਾਂ ਵਿੱਚੋਂ ਕਿਹੜਾ ਪੋਸ਼ਕ ਤੱਤ ਪੌਦਿਆਂ ਦੁਆਰਾ ਜ਼ਿਆਦਾ ਮਾਤਰਾ ਵਿੱਚ ਲਿਆ ਜਾਂਦਾ ਹੈ? ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ। ਇਸ ਦਾ ਜੋ ਸਹੀ ਉੱਤਰ ਹੈ ਦੋਸਤੋ ਉਹ ਹੈ ਆਪਸ਼ਨ ਏ ਫਾਸਫੋਰਸ ਤੱਤ ਹੈ ਜੋ ਇਹ ਪੌਦਿਆਂ ਦੇ ਦੁਆਰਾ ਜ਼ਿਆਦਾ ਮਾਤਰਾ ਦੇ ਵਿੱਚ ਲਿਆ ਜਾਂਦਾ ਹੈ। ਬਾਕੀ ਦੇ ਜੋ ਤੱਤ ਹਨ ਜਿਸ ਤਰ੍ਹਾਂ ਕਿ ਮੈਗਨੀਜ਼, ਬੋਰਾਨ, ਜ਼ਿੰਕ ਅਤੇ ਕਾਪਰ ਇਹ ਘੱਟ ਮਾਤਰਾ ਦੇ ਵਿੱਚ ਲਏ ਜਾਂਦੇ ਹਨ। ਜੇਕਰ ਆਪਾਂ ਜ਼ਿਆਦਾ ਮਾਤਰਾ ਦੇ ਵਿੱਚ ਲਏ ਜਾਂਦੇ ਤੱਤਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਸਲਫਰ ਆਉਂਦੇ ਹਨ। ਇਸੇ ਤਰ੍ਹਾਂ ਜੋ ਤੱਤ ਘੱਟ ਮਾਤਰਾ ਦੇ ਵਿੱਚ ਪੌਦਿਆਂ ਦੇ ਦੁਆਰਾ ਲਏ ਜਾਂਦੇ ਹਨ ਉਹਨਾਂ ਦੇ ਵਿੱਚ ਆਇਰਨ, ਮੈਗਨੀਜ਼, ਬੋਰਾਨ, ਜ਼ਿੰਕ, ਕਾਪਰ ਅਤੇ ਕਲੋਰੀਨ ਆਉਂਦੇ ਹਨ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਫਸਲ ਉਤਪਾਦਨ ਦੇ ਸੁਧਾਰ ਲਈ ਜ਼ਰੂਰੀ ਕਾਰਕ ਜਾਂ ਗੁਣ ਕਿਹੜਾ ਹੈ? ਇਸ ਦਾ ਜੋ ਸਹੀ ਉੱਤਰ ਹੈ ਦੋਸਤੋ ਉਹ ਹੈ ਆਪਸ਼ਨ ਡੀ ਉਪਰੋਕਤ ਸਾਰੇ। ਜਿਸ ਤਰ੍ਹਾਂ ਕਿ ਫਸਲ ਉਤਪਾਦਨ ਦੇ ਸੁਧਾਰ ਦੇ ਲਈ ਜ਼ਰੂਰੀ ਕਾਰਕ ਜਾਂ ਗੁਣ ਹਨ ਉਹ ਹਨ ਜੈਵਿਕ ਅਤੇ ਅਜੈਵਿਕ ਪ੍ਰਤੀਰੋਧਕਤਾ, ਪੱਕਣ ਸਮੇਂ ਵਿੱਚ ਪਰਿਵਰਤਨ ਅਤੇ ਵਾਤਾਵਰਨ ਅਨੁਕੂਲਤਾ। ਇਹ ਜੋ ਸਾਰੇ ਕਾਰਕ ਹਨ ਇਹ
ਫਸਲ ਦੇ ਉਤਪਾਦਨ ਦੇ ਸੁਧਾਰ ਦੇ ਲਈ ਬਹੁਤ ਜ਼ਰੂਰੀ ਮੰਨੇ ਜਾਂਦੇ ਹਨ। ਇਹਨਾਂ ਤੋਂ ਇਲਾਵਾ ਉੱਚ ਉਤਪਾਦਨ, ਉન્નਤ ਕਿਸਮਾਂ ਅਤੇ ਮਨਚਾਹੇ ਗੁਣ, ਇਹ ਸਾਰੇ ਕਾਰਕ ਫਸਲ ਉਤਪਾਦਨ ਦੇ ਸੁਧਾਰ ਦੇ ਲਈ ਬਹੁਤ ਜ਼ਰੂਰੀ ਹਨ। ਅਗਲਾ ਪ੍ਰਸ਼ਨ ਲੈਂਦੇ ਹਾਂ ਦੋਸਤੋ, ਗੰਡੋਏ ਵਰਤ ਕੇ ਬਣਾਈ ਜਾਂਦੀ ਖਾਦ ਨੂੰ ਕੀ ਕਿਹਾ ਜਾਂਦਾ ਹੈ? ਇਸ ਦਾ ਜੋ ਸਹੀ ਉੱਤਰ ਹੈ ਜੀ ਉਹ ਹੈ ਆਪਸ਼ਨ ਬੀ, ਵਰਮੀ ਕੰਪੋਸਟ। ਗੰਡੋਏ ਵਰਤ ਕੇ ਬਣਾਈ ਜਾਂਦੀ ਖਾਦ ਨੂੰ ਵਰਮੀ ਕੰਪੋਸਟ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਲੈਂਦੇ ਹਾਂ, ਫਸਲ ਉਗਾਉਣ ਦੀ ਕਿਹੜੀ ਵਿਧੀ ਵਿੱਚ 2 ਜਾਂ 2 ਤੋਂ ਵੱਧ ਫਸਲਾਂ ਇੱਕ ਹੀ ਖੇਤ ਵਿੱਚ ਇੱਕ ਖਾਸ ਪੈਟਰਨ ਵਿੱਚ ਉਗਾਈਆਂ ਜਾਂਦੀਆਂ ਹਨ? ਵੈਰੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ। ਇਸ ਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਬੀ, ਅੰਤਰ ਫਸਲੀ ਵਿਧੀ। ਅੰਤਰ ਫਸਲੀ ਵਿਧੀ ਦੇ ਵਿੱਚ 2 ਜਾਂ 2 ਤੋਂ ਵੱਧ ਫਸਲਾਂ ਕਿਸੇ ਖਾਸ ਪੈਟਰਨ ਦੇ ਵਿੱਚ ਉਗਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀ ਜੋ ਵਿਧੀ ਹੁੰਦੀ ਹੈ ਉਸ ਨੂੰ ਅੰਤਰ ਫਸਲੀ ਵਿਧੀ ਕਿਹਾ ਜਾਂਦਾ ਹੈ। ਜੇਕਰ ਆਪਾਂ ਮਿਸ਼ਰਤ ਫਸਲੀ ਵਿਧੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕੋਈ ਪੈਟਰਨ ਨਹੀਂ ਅਪਣਾਇਆ ਜਾਂਦਾ, 2 ਜਾਂ 2 ਤੋਂ ਵੱਧ ਫਸਲਾਂ ਇੱਕੋ ਸਮੇਂ 'ਤੇ ਬੀਜੀਆਂ ਜਾਂਦੀਆਂ ਹਨ। ਜੇਕਰ ਆਪਾਂ ਫਸਲੀ ਚੱਕਰ ਵਿਧੀ ਦੀ ਗੱਲ ਕਰੀਏ ਤਾਂ ਇਹ ਉਹ ਵਿਧੀ ਹੁੰਦੀ ਹੈ ਜਿਸ ਦੇ ਵਿੱਚ ਇੱਕ ਫਸਲ ਕੱਟਣ ਤੋਂ ਬਾਅਦ ਦੂਜੀ ਫਸਲ ਬੀਜੀ ਜਾਂਦੀ ਹੈ, ਉਸ ਨੂੰ ਆਪਾਂ ਫਸਲੀ ਚੱਕਰ ਵਿਧੀ ਕਹਿੰਦੇ ਹਾਂ। ਦੋਸਤੋ ਅੰਤਰ ਫਸਲੀ ਵਿਧੀ ਦੇ ਵਿੱਚ ਆਪਾਂ ਉਦਾਹਰਨ ਲੈਂਦੇ ਹਾਂ, ਜਿਸ ਤਰ੍ਹਾਂ ਕਿ ਸੋਇਆਬੀਨ ਦੇ ਨਾਲ ਮੱਕੀ ਬੀਜਣਾ। ਜਿਸ ਤਰ੍ਹਾਂ ਇੱਕ ਜੋ ਕਿਆਰੀ ਹੈ ਉਹ ਸੋਇਆਬੀਨ ਦੀ ਅਤੇ ਦੂਜੀ ਕਿਆਰੀ ਮੱਕੀ ਦੀ, ਇਸ ਤਰ੍ਹਾਂ ਆਪਾਂ ਇੱਕੋ ਹੀ ਖਾਸ ਪੈਟਰਨ ਦੇ ਵਿੱਚ ਜੋ ਅੰਤਰ ਫਸਲੀ ਵਿਧੀ ਹੈ ਉਸ ਨੂੰ ਅਪਣਾਉਂਦੇ ਹਾਂ। ਫਸਲੀ ਚੱਕਰ ਵਿਧੀ ਦੇ ਵਿੱਚ ਪਹਿਲੀ ਫਸਲ ਕੱਟਣ ਤੋਂ ਬਾਅਦ ਦੂਜੀ ਫਸਲ ਬੀਜੀ ਜਾਂਦੀ ਹੈ। ਅਗਲਾ ਕੁਐਸਚਨ ਲੈਂਦੇ ਹਾਂ ਦੋਸਤੋ, ਖਾਦ ਮਿੱਟੀ ਲਈ ਕਿਸ ਤਰ੍ਹਾਂ ਲਾਹੇਵੰਦ ਹੈ? ਇਸ ਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਡੀ, ਉਪਰੋਕਤ ਸਾਰੇ। ਖਾਦ ਹੈ ਜੋ ਇਹ ਮਿੱਟੀ ਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ। ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ, ਮਿੱਟੀ ਦੀ ਸੰਰਚਨਾ ਵਿੱਚ ਸੁਧਾਰ ਕਰਦੀ ਹੈ। ਇਸ ਤੋਂ ਇਲਾਵਾ ਮਿੱਟੀ ਦੀ ਪਾਣੀ ਸੋਖਣ ਦੀ ਸਮਰੱਥਾ ਵਧਾਉਂਦੀ ਹੈ। ਇਸ ਤਰ੍ਹਾਂ ਆਪਸ਼ਨ ਡੀ ਬਿਲਕੁਲ ਕਰੈਕਟ ਹੈ। ਇਸ ਦੇ ਨਾਲ ਹੀ ਦੋਸਤੋ ਇਹ ਵੀਡੀਓ ਸਮਾਪਤ ਹੁੰਦੀ ਹੈ। ਜੇਕਰ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ, ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ।